ਚੰਡੀਗੜ੍ਹ ਦੇ ਵਿੱਚ ਹੋਏ ਬਹੁਤ ਚਰਚਿਤ ਸਿੱਪੀ ਸਿੱਧੂ ਕਤਲ ਕੇਸ ਦੇ ਵਿੱਚ ਮੁਲਜ਼ਮ ਕਲਿਆਣੀ ਸਿੰਘ ਗ੍ਰਿਫਤਾਰ। 4 ਦਿਨ ਦਾ ਮਿਲਿਆ ਪੁਲਿਸ ਰਿਮਾਂਡ। ਸਿਟਿੰਗ ਜੱਜ ਦੀ ਬੇਟੀ ਹੈ ਕਲਿਆਣੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ। ਪੁਲਿਸ ਨੇ ਮੂਸੇਵਾਲਾ ਕਤਲकांड ਨੂੰ ਲੈ ਕੇ ਕੀਤੇ ਜ਼ਿਆਦਾਤਰ ਸਵਾਲ। ਸਿੱਧਾ ਜਵਾਬ ਨਹੀਂ ਦੇ ਰਿਹਾ ਲਾਰੈਂਸ। ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਹਥਿਆਰ ਪੁਲਿਸ ਜਲਦ ਕਰ ਸਕਦੀ ਹੈ ਬਰਾਮਦ। ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ। ਹਰਿਆਣਾ ਬਾਰਡਰ ਦੇ ਕੋਲ ਹਥਿਆਰ ਦਬਾਏ ਹੋਣ ਦਾ ਅਨੁਮਾਨ। ਮੂਸੇਵਾਲਾ ਕਤਲकांड ਦੇ 3 ਮੁਲਜ਼ਮਾਂ ਨੂੰ ਮਾਨਸਾ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼। 22 ਜੂਨ ਤੱਕ ਮਿਲਿਆ ਰਿਮਾਂਡ। ਪੁਲਿਸ ਰਿਮਾਂਡ ਤੇ ਪਵਨ ਬਿਸ਼ਨੋਈ, ਮੋਨੂ ਡਾਗਰ ਤੇ ਨਸੀਬ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੇ ਸਰਕਾਰ ਦੀ ਬਾਰੀਕ ਨਜ਼ਰ। ਮੁੱਖ ਮੰਤਰੀ ਭਗਵੰਤ ਮਾਨ ਲੈ ਰਹੇ ਨੇ ਪਲ ਪਲ ਦੀ ਜਾਣਕਾਰੀ। ਅਫਸਰਾਂ ਦੇ ਲਗਾਤਾਰ ਸੰਪਰਕ ਵਿੱਚ ਨੇ ਸੀਐਮ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਦੇ ਵਿਚਾਲੇ ਕੇਜਰੀਵਾਲ ਦਾ ਵੱਡਾ ਬਿਆਨ। ਕਿਹਾ ਪਹਿਲੀ ਵਾਰ ਲਾਰੈਂਸ ਨੂੰ ਪੁੱਛਗਿੱਛ ਦੇ ਲਈ ਆਈ ਪੰਜਾਬ ਸਰਕਾਰ। ਨਹੀਂ ਬਚ ਸਕੇਗਾ ਕੋਈ ਵੀ ਕ੍ਰਿਮੀਨਲ। ਹੁਣ ਕਿਸੇ ਨੂੰ ਨਹੀਂ ਹੈ ਸਰਕਾਰੀ ਸ਼ੈ। ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਸਿੱਧੀ ਸਰਕਾਰੀ ਬੱਸ ਸਰਵਿਸ ਦੀ ਹੋਈ ਸ਼ੁਰੂਆਤ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਵਿਖਾਈ ਹਰੀ ਝੰਡੀ। ਵਿਰੋਧੀ ਧਿਰਾਂ ਦਾ ਸਵਾਲ, ਹੁਣ ਤੱਕ ਕੇਜਰੀਵਾਲ ਸਰਕਾਰ ਨੇ ਹੀ ਰੋਕੀ ਸੀ ਐਂਟਰੀ। ਸੰਗਰੂਰ ਜਿਮਨੀ ਚੋਣ ਦੇ ਲਈ ਸਾਰੀਆਂ ਸਿਆਸੀ ਧਿਰਾਂ ਨੇ ਝੋਕੀ ਪੂਰੀ ਤਾਕਤ। ਅਕਾਲੀ ਉਮੀਦਵਾਰ ਦੇ ਲਈ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਸੀਨੀਅਰ ਆਗੂ ਮੱਖਣ ਬਰਾੜ ਨੇ ਮੰਗੀਆਂ ਵੋਟਾਂ। ਬੰਦੀ ਸਿੱਖਾਂ ਦੀ ਰਿਹਾਈ ਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ। ਕਿਹਾ ਬੰਦੀ ਸਿੱਖਾਂ ਨੂੰ ਰਿਹਾ ਨਹੀਂ ਕਰਨਾ ਚਾਹੁੰਦੀ ਹਕੂਮਤ। ਬਹੁ ਗਿਣਤੀ ਵੋਟਰਾਂ ਦੇ ਖੁੱਸ ਜਾਣ ਦਾ ਸਤਾਉਂਦਾ ਹੈ ਡਰ। ਅਬੋਹਰ ਹਨੂਮਾਨਗੜ੍ਹ ਰੋਡ ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ। ਨੰਗੇ ਧੜ ਹੋ ਕੇ ਕੀਤਾ ਪ੍ਰਦਰਸ਼ਨ। ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਤੋਂ ਔਖੇ ਹੋਏ ਕਿਸਾਨ। ਤਪਦੀ ਗਰਮੀ ਦੇ ਵਿਚਾਲੇ ਮੌਸਮ ਨੇ ਬਦਲਿਆ ਮਿਜ਼ਾਜ। ਪਠਾਨਕੋਟ ਦੇ ਵਿੱਚ ਰਾਹਤ ਵਾਲੀਆਂ ਪਈਆਂ ਬੂੰਦਾਂ। ਤਾਪਮਾਨ ਦੇ ਵਿੱਚ ਆਈ ਗਿਰਾਵਟ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਇਹ ਖਬਰ ਸਿੱਪੀ ਸਿੱਧੂ ਕਤਲ ਕੇਸ ਦੇ ਨਾਲ ਜੁੜੀ ਹੋਈ ਹੈ। ਸਿੱਪੀ ਸਿੱਧੂ ਕਤਲ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਸੀਬੀਆਈ ਨੇ ਮੁਲਜ਼ਮ ਕਲਿਆਣੀ ਨੂੰ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਸਿਟਿੰਗ ਜੱਜ ਦੀ ਬੇਟੀ ਹੈ ਕਲਿਆਣੀ। ਬਹੁਤ ਚਰਚਿਤ ਕਤਲ ਕੇਸ ਹੈ ਦਰਅਸਲ ਸਿੱਪੀ ਸਿੱਧੂ, ਜਿਸ ਨੂੰ ਲੈ ਕੇ गिरफ्तारी हुई है। सीबीआई ने मुलजिम कल्याणी को गिरफ्तार किया है। चंडीगढ़ की अदालत में पेश किया गया। कोर्ट ने 4 दिन का पुलिस रिमांड दिता है। पुलिस को सिटिंग जज की बेटी है कल्याणी, जिसनों के काबू किया गया, पुलिस वालों गिरफ्तार किया गया। सो सिप्पी सिद्धू कतल केस दे विच ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੂੰ ਸਿੱਪੀ ਸਿੱਧੂ ਕਤਲ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਜੇਕਰ ਮੁਲਜ਼ਮ ਦੀ ਗੱਲ ਕੀਤੀ ਜਾਵੇ ਤਾਂ ਸੀਬੀਆਈ ਨੇ ਮੁਲਜ਼ਮ ਕਲਿਆਣੀ ਨੂੰ ਕਾਬੂ ਕੀਤਾ ਹੈ। ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਤੇ ਕੋਰਟ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇ ਕਿ ਮੁਲਜ਼ਮ ਕਲਿਆਣੀ ਸਿਟਿੰਗ ਜੱਜ ਦੀ ਬੇਟੀ ਹੈ। ਇਸ ਕਤਲ ਕੇਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਦਰਅਸਲ 20 ਸਤੰਬਰ 2015 ਦਾ ਇਹ ਪੂਰਾ ਮਾਮਲਾ, ਜਦੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ। ਸੈਕਟਰ 27 ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਸਿੱਪੀ ਸਿੱਧੂ ਨੂੰ मौत के घाट उतार दिता गया सीगा। सिप्पी सिद्धू ਨੂੰ 4 ਗੋਲੀਆਂ ਲੱਗੀਆਂ ਸਨ, ਜਿਸ ਦੇ ਬਾਅਦ ਸਿੱਪੀ ਸਿੱਧੂ ਦੀ ਮੌਤ ਹੋ ਗਈ ਸੀ। ਜਨਵਰੀ 2016 ਦੇ ਵਿੱਚ ਸੀਬੀਆਈ ਨੂੰ ਕੇਸ ट्रांसफर भी होया। इस खबर से ज्यादा जानकारी लिए दिल्ली तो मेरे सहयोगी शंकर नाथ जुड़े हुए हैं। शंकर, बहुत बड़ा केस, बहुत चर्चित केस, इसमें गिरफ्तारी हुई है। जानना चाहेंगे क्या कुछ जानकारी इस केस के संबंधित? देखिए, केंद्रीय जांच एजेंसी सीबीआई के बाद जिस तरह से एक बड़ी कार्रवाई को अंजाम देते हुए जिस तरह से कल्याणी को गिरफ्तार किया गया है, इस मामले में पिछले काफी समय से सीबीआई की टीम तफ्तीश कर रही थी। सीबीआई द्वारा 13 मार्च 2016 को इस केस को दर्ज किया गया था। हालांकि ये जो चंडीगढ़ प्रशासन के अनुरोध पर सीबीआई द्वारा इस केस को दर्ज किया गया था। और जिस तरह से सुखमनप्रीत सिंह सिप्पी सिद्धू की हत्या हुई थी, इस मामले में कई लोगों से पूछताछ हुई और तमाम मौके बाधात से जो तमाम सबूतों को और गवाहों को ध्यान में रखते हुए इस मामले में कल्याणी की गिरफ्तारी हुई। हालांकि कल्याणी जो एक काफी चर्चित नाम है हिमाचल के लिए, और चंडीगढ़ में उसकी काफी जो बड़े लेवल के जो है उनके परिवार के जो उनका नाम होता है। लेकिन जिस तरह से सीबीआई के द्वारा इस मामले में गिरफ्तारी की गई है, तो आज उन्हें चंडीगढ़ स्थित कोर्ट में पेश किया गया था। और पेश करने के बाद
4 दिनों की रिमांड ली है। 4 दिनों के अंदर में कल्याणी से कई मसलों पर पूछताछ होगी और खासतौर पर इस मामले में जिस तरह से आरोप लगा था कि जो मुख्य हत्या का आरोपी है उसके साथ में कल्याणी के जो संबंध रहे हैं, जिस तरह से कल्याणी ने एक तरह से कहा सकता है कि मैं सुपारी देते और तमाम चीजों को अंजाम कर रहा था, तो चंडीगढ़ स्थित सेक्टर 26 में ये मामला दर्ज हुआ था और इसी मामले में जो स्थानीय पुलिस के द्वारा जिस तरह से कार्रवाई की गई थी, उसके बाद इस मामले को सीबीआई ने टेक ओवर किया था और सीबीआई इस मामले की तफ्तीश कर रही थी और तफ्तीश करने के बाद पाया कि सुमन पीटी सीपी सिद्धू जो पेशे से राष्ट्रीय स्तर पे शूटर भी रहे हैं और इसके साथ साथ वकील भी रहे हैं और एक तरह से देखा जाए कि जो कल्याणी है इसका फैमिली बैकग्राउंड भी वकालत से जुड़ा हुआ है, तो कहीं कहीं एक आपस में उस वजह वो भी वजह हो सकती है जिसके चलते यहाँ पर काम दिया गया है, क्योंकि सुमन सिंह और सीपी सिद्धू एक वकील होने के साथ साथ उसने मेजर सीपी सिद्धू LLB नाम करके ठीक है शंकरपुरी जानकारी ਤੁਹਾਡਾ ਬਹੁਤ ਧੰਨਵਾਦ। ਸੋ ਆਖਰਕਾਰ 2015 ਦਾ ਪੂਰਾ ਮਾਮਲਾ ਹੈ ਤੇ 7 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਸੀਬੀਆਈ ਨੇ ਮੁਲਜ਼ਮ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਦੀ ਅਦਾਲਤ ਵਿੱਚ ਗ੍ਰਿਫਤਾਰੀ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਕੋਰਟ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਸਿਟਿੰਗ ਜੱਜ ਦੀ ਬੇਟੀ ਹੈ ਕਲਿਆਣੀ। ਜੇਕਰ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। 20 ਸਤੰਬਰ 2015 ਨੂੰ ਦਰਅਸਲ ਇਹ ਕਤਲ ਹੋਇਆ ਸੀਗਾ। ਸੈਕਟਰ 27 ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਸਿੱਪੀ ਸਿੱਧੂ ਦਾ ਕਤਲ ਕੀਤਾ ਗਿਆ ਸੀਗਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। 2022 ਦੇ ਸੀਬੀਆਈ ਨੇ ਅਨਟ੍ਰੇਸਡ ਰਿਪੋਰਟ ਜਿਹੜੀ ਆ ਉਹ ਦਾਖਲ ਕੀਤੀ ਸੀ। ਸਿੱਪੀ ਵਕੀਲ ਤੇ ਪੈਂਚ ਨੈਸ਼ਨਲ ਪੱਧਰ ਦਾ ਸ਼ੂਟਰ ਸੀਗਾ, ਵਕੀਲ ਵੀ ਸੀ ਤੇ ਨੈਸ਼ਨਲ ਪੱਧਰ ਦਾ ਸ਼ੂਟਰ ਵੀ ਸੀ, ਜਿਸ ਦਾ ਕਿ ਕਤਲ ਕਰ ਦਿੱਤਾ ਗਿਆ। 20 ਸਤੰਬਰ 2015 ਨੂੰ ਇਹ ਕਤਲ ਹੋਇਆ ਸੀਗਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੈਕਟਰ 27 ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਤੇ 7 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਉਧਰ ਮ੍ਰਿਤਕ ਸਿੱਪੀ ਸਿੱਧੂ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਕਿ ਕਲਿਆਣੀ ਹੀ ਗੁਨਾਹਗਾਰ ਹੈ। ਪਰਿਵਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਲਿਆਣੀ ਸਿੰਘ ਸਿੱਪੀ ਸਿੱਧੂ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਸਿੱਪੀ ਸਿੱਧੂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਹੈ। ਹੋਈ ਹੈ ਕਿੱਦਾਂ ਦੇਖਦੇ ਹੋ ਤੁਸੀਂ? ਕਾਫੀ ਟਾਈਮ ਤੋਂ ਲੱਗੇ ਹੋਈ ਸੀ ਸਿੱਪੀ ਦੇ ਲਈ ਇਨਸਾਫ ਦੀ ਲੜਾਈ ਲੜਨ, ਕਿੱਦਾਂ ਦੇਖਦੇ ਹੋ? ਹਾਂਜੀ ਭਾਜੀ, ਸਭ ਤੋਂ ਪਹਿਲਾਂ ਤਾਂ ਮੈਂ ਸੀਬੀਆਈ ਦਾ ਬਹੁਤ ਥੈਂਕਫੁਲ ਹਾਂ ਜੀ ਕਿ ਚਲੋ ਐਟਲੀਸਟ ਚਲੋ 7 ਸਾਲ ਹੋ ਗਏ ਆ, ਬਟ ਦੈਨ ਆਲਸੋ ਚਲੋ ਥੋੜੀ ਜਿਹੀ ਠੰਡਕ ਪਈ ਹੈ ਕਿ ਜਸਟਿਸ ਡਿਲੀਵਰ ਹੋਇਆ। ਹਾਂਜੀ ਤੇ ਹੁਣ ਅੱਗੇ ਕੀ ਦੇਖਦੇ ਹੋ ਕਿ ਮਸਲਾ ਕਿਉਂਕਿ ਪੁਰਾਣਾ ਸੀਗਾ ਔਰ ਥੋੜੀ ਜਿਹੀ ਦੇਖੋ ਭਾਜੀ, ਅਸੀਂ ਤਾਂ ਫਰੋਮ ਦ ਡੇ 1 ਵੀ ਆਰ ਸੇਇੰਗ ਦਿਸ ਕਿ ਜਿਹੜੀ ਆਹ ਕੁੜੀ ਹੈਗੀ ਹੈ ਕਿ ਸ਼ੀ ਇਜ਼ ਇਨਵੋਲਵਡ। ਚੰਡੀਗੜ੍ਹ ਪੁਲਿਸ ਨੂੰ ਕੋਲੇ ਵੀ ਜਦੋਂ ਕੇਸ ਸੀਗਾ, ਜਦੋਂ ਸੀਬੀਆਈ ਕੋਲੇ ਕੇਸ ਨਹੀਂ ਗਿਆ ਸੀਗਾ, ਉਸ ਟਾਈਮ ਵੀ ਅਸੀਂ ਆਹੀ ਆਖਿਆ ਸੀ ਕਿ ਸ਼ੀ ਇਜ਼ ਇਨਵੋਲਵਡ। ਐਂਡ ਮੈਂ ਸਾਰੇ ਤੁਹਾਡੇ ਜਿਹੜੇ ਵਿਊਜ਼ ਹੈ ਉਹਨਾਂ ਨੂੰ ਦੱਸਣਾ ਵੀ ਚਾਹੁੰਦਾ ਦ ਰੀਜ਼ਨ ਬਿਹਾਈਂਡ ਦ ਮਰਡਰ ਵਾਜ਼ ਕਿ ਸਾਡੀ ਫੈਮਿਲੀ ਦੇ, ਬਿਕਾਜ਼ ਮੇਰੇ ਜਿਹੜੇ ਗ੍ਰੈਂਡਫਾਦਰ ਸੀਗੇ ਹੀ ਵਾਜ਼ ਆਲਸੋ ਹਾਈ ਕੋਰਟ ਜੱਜ, ਸਾਡੀ ਲੀਗਲ ਫੈਮਿਲੀ ਦੇ। ਆਹ ਜਿਹੜੀ ਕੁੜੀ ਹੈ ਇਹਦੀ ਮਦਰ ਵੀ ਹਾਈ ਕੋਰਟ ਜੱਜ ਹੈ ਐਂਡ ਇਹਨਾਂ ਨਾਲ ਸਾਡੇ 30 ਸਾਲ ਦੇ ਰਿਲੇਸ਼ਨ ਸੀਗੇ। ਸੋ ਸ਼ੀ ਵਾਂਟਡ ਜਿਹੜੀ ਆ ਕੁੜੀ ਹੈ ਸ਼ੀ ਵਾਂਟਡ ਟੂ ਮੈਰੀ ਮਾਈ ਬ੍ਰਦਰ ਸਿੱਪੀ ਸਿੱਧੂ। ਸੋ ਅਸੀਂ ਰਿਫਿਊਜ਼ ਕਰਤਾ ਐਂਡ ਉਹ ਰਿਫਿਊਜ਼ ਕਰਨ ਦੇ ਵੀ ਭਾਜੀ ਰੀਜ਼ਨ ਸੀਗੇ ਸ਼ੀ ਵਾਜ਼ ਦਿਸ ਗਰਲ ਵਾਜ਼ ਇਨਵੋਲਵਡ ਵਿਦ ਅਦਰ ਗਾਈਜ਼। ਐਂਡ ਅਸੀਂ ਤਾਂ ਫਰੋਮ ਦ ਡੇ 1 ਆਹੀ ਆਖ ਰਹੇ ਕਿ ਸਾਨੂੰ ਹੋਰ ਕਿਸੇ ਬੰਦੇ ਦੂਜੇ ਬੰਦੇ ਦੇ ਸ਼ੱਕ ਹੀ ਨਹੀਂ ਸੀ। ਸਾਨੂੰ ਤਾਂ ਪਤਾ ਹੈ ਬਿਕਾਜ਼ ਮੇਰੇ ਮਦਰ ਨੂੰ ਦੱਸ ਕੇ ਕਿ ਕਲਿਆਣੀ ਨੂੰ ਮਿਲਣ ਚੱਲੇ। ਫਿਰ ਆ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਹੈਂਡਲ ਹੋ ਕੇ ਸਾਰਾ ਹੌਚ-ਪੌਚ ਕਰਤਾ ਬਿਕਾਜ਼ ਉਸ ਟਾਈਮ ਜਿਹੜੀ ਜਸਟਿਸ ਸਬੀਨਾ ਸੀਗੀ ਉਹ ਇੱਥੇ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ। ਫਿਰ ਇਹਦੀ ਬਦਲੀ ਕਰਾਤੀ ਸੀ। ਅਸੀਂ ਸਾਰਿਆਂ ਨੂੰ ਆਖਿਆ, ਲੋ ਮਿਨਿਸਟਰੀ ਨੂੰ ਆਖਿਆ, ਫਿਰ ਹੁਣ ਚਲੋ ਐਟਲੀਸਟ। ਸੋ ਪੂਰੀ ਤੁਹਾਨੂੰ ਅਸੀਂ ਇਹ ਗੱਲਬਾਤ ਸੁਣਾਈ ਹੈ। ਦਰਅਸਲ ਸਿੱਪੀ ਸਿੱਧੂ ਦੇ ਭਰਾ ਜਿੱਪੀ ਸਿੱਧੂ ਨੇ ਨਿਊਜ਼ 18 ਦੇ ਨਾਲ ਇਹ ਗੱਲਬਾਤ ਕੀਤੀ ਹੈ। ਉਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪਹਿਲਾਂ ਕਿਹਾ ਜਾਂਦਾ ਸੀ ਉਹਨਾਂ ਵੱਲੋਂ ਕਿ ਕਲਿਆਣੀ ਹੀ ਗੁਨਾਹਗਾਰ ਹੈ। ਪਰਿਵਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਲਿਆਣੀ ਸਿੰਘ ਸਿੱਪੀ ਸਿੱਧੂ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਤੇ ਇਸੇ ਕਰਕੇ ਹੀ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ। ਉਮੇਸ਼, ਵਿਸਥਾਰ ਦੇ ਨਾਲ ਜਾਣਨਾ ਚਾਹਾਂਗੇ ਪੂਰੇ ਮਾਮਲੇ ਬਾਰੇ 7 ਸਾਲਾਂ ਬਾਅਦ, ਕਿਉਂਕਿ ਮਾਮਲਾ 2015 ਦਾ 7 ਸਾਲਾਂ ਬਾਅਦ ਗ੍ਰਿਫਤਾਰੀ ਹੋਈ ਹੈ। ਬਿਲਕੁਲ, ਇਸ ਮਾਮਲੇ 'ਚ ਜੇ ਆਪਾਂ ਗੱਲ ਕਰੀਏ 2015 'ਚ ਮਰਡਰ ਹੁੰਦਾ ਹੈ ਇੱਕ 27 ਸੈਕਟਰ ਦੇ ਪਾਰਕ ਵਿੱਚ। ਸਿੱਪੀ ਨੈਸ਼ਨਲ ਸ਼ੂਟਰ ਸੀਗਾ, ਐਡਵੋਕੇਟ ਸੀਗਾ ਔਰ ਸ਼ੂਟਰ ਦੀ ਜੇ ਆਪਾਂ ਗੱਲ ਕਰੀਏ ਨੈਸ਼ਨਲ ਲੈਵਲ ਦਾ ਕਾਫੀ ਸਪੋਰਟਸ ਫਟਰਨਿਟੀ ਯਾਨੀ ਕਿ ਜਿਹੜੀ ਖੇਲ ਜਗਤ ਦੀ ਚੀਜ਼ਾਂ ਜੁੜਾਵ ਹੁੰਦਾ ਕਾਫੀ ਜੁੜਿਆ ਹੋਇਆ ਸੀਗਾ, ਐਸੋਸੀਏਸ਼ਨ ਨਾਲ ਵੀ ਜੁੜਿਆ ਹੋਇਆ ਸੀਗਾ। ਮਰਡਰ ਹੁੰਦਾ 2015 'ਚ, ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਜਾਂਚ ਕਰਦੀ ਹੈ। 2016 'ਚ ਪਰਿਵਾਰ ਕੈਂਡਲ ਮਾਰਚ ਔਰ ਸਾਰੇ ਅਫਸਰਾਂ ਨੂੰ, ਮੰਤਰੀਆਂ ਨੂੰ, ਸਭ ਕੋਲ ਜਾਂਦਾ ਪਰਿਵਾਰ। ਜੀਪੀ ਸਿੱਧੂ ਹੋਣੀ, ਉਹਨਾਂ ਦੀ ਮਾਤਾ ਜੀ,
ਪੰਜਾਬ ਸਰਕਾਰ ਜਿਹੜੀ ਉਸ ਟਾਈਮ ਦੀ ਸੀਗੀ ਸੀਐਮ ਨੂੰ ਮਿਲਦੇ ਨੇ ਕਿ ਚੰਡੀਗੜ੍ਹ ਪੁਲਿਸ ਜਾਂਚ ਨਹੀਂ ਸਹੀ ਕਰ ਰਹੀ ਹੈ ਔਰ ਕਲਿਆਣੀ ਤੇ ਅਲੀਗੇਸ਼ਨ ਲੱਗਦੇ ਨੇ ਵੀ ਕਲਿਆਣੀ ਨੂੰ ਪੁੱਛਿਆ ਜਾਵੇ। ਲੇਕਿਨ 2015 ਵਿੱਚ ਜਦੋਂ ਮਰਡਰ ਤੋਂ ਬਾਅਦ 16 ਵਿੱਚ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਂਦਾ ਹੈ। ਲੇਕਿਨ ਸੀਬੀਆਈ ਵੀ ਕਾਫੀ ਦੇਰ ਤੱਕ ਖਾਲੀ ਹੱਥ ਰਹਿੰਦੀ ਹੈ। ਸੀਬੀਆਈ ਨੇ 5 ਲੱਖ ਦਾ ਇਨਾਮ ਵੀ ਕੋਸ਼ਿਸ਼ ਕੀਤਾ ਸੀ ਕਿ ਇਸ ਮਰਡਰ ਦਾ ਕੋਈ ਕਲੂ ਦੇਣ, ਜੇ ਕੋਈ ਬੰਦੇ ਕੋਲ ਜਾਣਕਾਰੀ ਹੈਗੀ ਹੈ ਉਹ ਸਾਹਮਣੇ ਆਏ, 5 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸ ਮਰਡਰ ਦੇ ਬਾਰੇ ਕਿਸ ਨੂੰ ਜਾਣਕਾਰੀ ਜੇ ਕੋਈ ਹੈ ਜਾਂ ਜਿਸ ਨੂੰ ਲੱਗਦਾ ਹੈ ਕਿ ਇਸ ਤੇ ਕੋਈ ਸ਼ੱਕ ਹੈ ਆ ਕੇ ਸੀਬੀਆਈ ਨੂੰ ਦੱਸੇ। ਉਸ ਤੋਂ ਬਾਅਦ 2022 ਚ 10 ਲੱਖ ਦਾ ਕਰਤਾ, 5 ਲੱਖ ਹੋਰ ਵਧਾ ਕੇ, यानी कि 10 लाख का इनाम करता और साफ कहा कि जिस महिला का नाम आ रहा है या तो वो खुद आए, नहीं तो शक सीबीआई का होर पुख्ता होएगा। यानी कि इंडायरेक्टली कहा गया सीगा कल्याणी बारे ही कि जिस महिला का नाम बार बार सामने आ रहा है या तो खुद सामने आके इस सीबीआई की मदद करे, केस विच की तत्थ ने की पहलू ने केस दे बारे ਉਹਦੇ ਬਾਰੇ सीबीआई ਨੂੰ ਦੱਸੇ। ਹੁਣ कल्याणी ਦੀ ਅਰੈਸਟ ਹੋਈ ਹੈ ਜਿੱਦਾਂ सीपी ਦੇ ਬ੍ਰਦਰ जीपी ਦੱਸ ਰਹੇ ਸੀ। ਔਰ ਮੈਂ ਦੱਸਦਾ ਕਿ ਜਿੱਦਾਂ ਨੈਸ਼ਨਲ ਸ਼ੂਟਰ ਦੀ ਆਪਾਂ ਗੱਲ ਕਰੀਏ, ਜਿਹੜਾ ਸੀਪੀ ਸੀਗਾ ਨੈਸ਼ਨਲ ਸ਼ੂਟਰ ਸੀਗਾ ਤੇ ਜਦੋਂ ਇਹ ਮਰਡਰ ਹੋਇਆ ਔਰ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਜਾਂਚ ਤੇ ਪਰਿਵਾਰ ਨੇ ਸਵਾਲ ਚੁੱਕੇ ਤਾਂ ਕੈਂਡਲ ਮਾਰਚ ਕਾਫੀ ਕੱਢੇ ਗਏ। ਸਪੋਰਟਸ ਦੇ ਨਾਲ ਜੁੜੇ ਹੋਏ ਜਿਹੜੇ ਉਹਦੇ ਫਰੈਂਡ ਸਰਕਲ ਸੀਗੇ, ਐਸੋਸੀਏਸ਼ਨ ਦੇ ਲੋਕ ਸੀਗੇ, ਹੋਰ ਯੁਵਾ ਸ਼ੂਟਰ ਸੀਗੇ ਜਿਹੜੇ ਜਾਣਦੇ ਸੀ ਇੰਟਰਨੈਸ਼ਨਲ ਲੈਵਲ ਦੇ, ਕਾਫੀ ਨੇ ਆਪਣੀ ਸੋਸ਼ਲ ਮੀਡੀਆ ਦੇ ਰਾਹੀਂ ਔਰ ਆਪਣੀ ਭਾਵਨਾਵਾਂ ਵਿਅਕਤ ਕੀਤੀਆਂ ਵੀ ਜਸਟਿਸ ਮਿਲਣਾ ਚਾਹੀਦਾ ਹੈ ਸੀਪੀ ਨੂੰ। ਉਸ ਤੋਂ ਬਾਅਦ ਜਦੋਂ ਸੀਬੀਆਈ ਨੇ ਹੁਣ ਵਿੱਚ ਕਲੋਜ਼ਰ ਰਿਪੋਰਟ ਵੀ ਫਾਈਲ ਕਰਤੀ ਸੀ, ਮੈਂ ਦੱਸਦਾ ਇਸ ਮਰਡਰ ਮਾਮਲੇ ਵਿੱਚ सीबीआई ने क्लोजर रिपोर्ट फाइल करती सी, नाले एक लाइन लिखती सी भी जांच जारी है, ਅਸੀਂ बेशक क्लोजर रिपोर्ट फाइल कर रहे हैं लेकिन जांच जारी है। ये 22 फरवरी 2022 ਦਾ मैं दस रहा कि ਜਦੋਂ सीबीआई ने क्लोजर रिपोर्ट फाइल की सी, नाले कहता सी जांच जारी है। इस क्लोजर रिपोर्ट के खिलाफ परिवार ने फिर एप्लीकेशन पाई सीगी, लेकिन सीबीआई ने कहा सीगा कि जी सिर्फ ਅਸੀਂ क्लोजर रिपोर्ट मैंशन की है, लेकिन नाले ये भी कहा कि इन्वेस्टिगेशन जारी रहेगी। ਹੁਣ कल्याणी सिंह ਦੀ ਅਰੈਸਟ ਹੋ ਚੁੱਕੀ ਹੈ, 4 ਦਿਨ ਦਾ ਰਿਮਾਂਡ ਹੈ। ਦੇਖਣਾ ਹੋਏਗਾ ਕਿ ਖੁਲਾਸਾ ਕੀ ਹੈ, ਕਿਉਂਕਿ 4 ਗੋਲੀਆਂ ਵੱਜੀ ਸੀ ਸੀਪੀ ਨੂੰ ਪਾਰਕ ਵਿੱਚ, 12 ਬੋਰ ਦੀ ਗਨ ਯੂਜ਼ ਹੋਈ ਸੀਗੀ ਔਰ ਜਿੱਦਾਂ ਉਹਨਾਂ ਦੇ ਪਰਿਵਾਰ ਦੇ ਐਲੀਗੇਸ਼ਨ ਹੈ ਕਿ ਕਲਿਆਣੀ ਨੂੰ ਹੀ ਮਿਲਣ ਗਏ ਸੀ, ਘਰ ਦੱਸ ਕੇ ਗਏ ਸੀਗੇ। ਹੁਣ ਕਲਿਆਣੀ ਰਿਮਾਂਡ ਤੇ ਹੈ, ਦੇਖਣਾ ਹੋਏਗਾ ਸੀਬੀਆਈ ਰਿਮਾਂਡ 'ਚ ਕੀ ਖੁਲਾਸੇ ਕਰਦੀ ਹੈ, ਕਿ ਕਲਿਆਣੀ ਤੋਂ ਪੁੱਛਗਿੱਛ ਹੁੰਦੀ ਹੈ, ਹੋਰ ਕਿਹੜੇ ਇਹਦੇ ਵਿੱਚ ਸ਼ਾਮਿਲ ਨੇ ਪੂਰਾ ਇਸ ਕਤਲ ਮਾਮਲਾ, ਕਿਉਂਕਿ 7 ਸਾਲ ਦਾ ਲੰਬਾ ਸਮਾਂ ਹੈ। ਔਰ ਇਹ ਵੀ ਦੱਸਦੇ ਕਿ ਪ੍ਰੈਸ ਕਾਨਫਰੰਸ ਕੱਲ ਕੀਤੀ ਜਾਏਗੀ ਪਰਿਵਾਰ ਵੱਲੋਂ, ਜਿਹਦੇ ਵਿੱਚ जीपी सिद्धू ਜਿਹੜੇ ਉਹਨਾਂ ਦੇ ਬ੍ਰਦਰ ਨੇ ਸੀਪੀ ਤੇ ਉਹਨਾਂ ਦੀ ਮਾਤਾ ਜੀ ਪ੍ਰੈਸ ਕਾਨਫਰੰਸ ਕਰ ਹੋਰ ਇਸ ਦੇ ਬਾਰੇ ਵੀ ਜਾਣਕਾਰੀ ਦੇਣਗੇ ਜੀ। ਠੀਕ ਹੈ ਅਮੇਸ਼, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ 7 ਸਾਲਾਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਕਿਉਂਕਿ 2015 ਦਾ ਮਾਮਲਾ ਹੈ ਤੇ ਹੁਣ 2022 ਦੇ ਵਿੱਚ ਹੁਣ ਜਾ ਕੇ ਗ੍ਰਿਫਤਾਰੀ ਹੋਈ ਹੈ ਮੁਲਜ਼ਮ ਕਲਿਆਣੀ ਦੀ, ਜਿਸ ਨੂੰ ਕਿ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ ਤੇ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਜਿਵੇਂ ਕਿ ਅਮੇਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਨੂੰ ਪਰਿਵਾਰ ਦੇ ਵੱਲੋਂ, ਸੀਪੀ ਸਿੱਧੂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਮਾਤਾ ਤੇ ਉਹਨਾਂ ਦੇ ਬ੍ਰਦਰ ਜਿਹੜੇ ਭਰਾ ਨੇ ਜਿਨ੍ਹਾਂ ਨੇ ਨਿਊਜ਼ 18 ਪੰਜਾਬ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀਗਾ ਕਿ ਕਲਿਆਣੀ ਹੀ ਗੁਨਾਹਗਾਰ ਹੈ ਤੇ ਪੂਰੇ ਪਰਿਵਾਰ ਦੇ ਵੱਲੋਂ ਕੱਲ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਪੂਰੀ ਇਸ ਮਾਮਲੇ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ। ਅੱਗੇ ਵਧਾਂਗੇ, ਤੁਹਾਨੂੰ ਗੱਲ ਕਰਾਂਗੇ ਮੂਸੇ ਵਾਲਾ ਕਤਲ ਮਾਮਲੇ ਦੇ ਮਾਸਟਰਮਾਈਂਡ ਦੀ। ਮਾਸਟਰਮਾਈਂਡ ਹੈ ਲਾਰੈਂਸ ਬਿਸ਼ਨੋਈ, ਜਿਸ ਤੋਂ ਕਿ ਲਗਾਤਾਰ ਪਿਛਲੇ 10 ਘੰਟੇ ਤੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਤੋਂ ਲਾਰੈਂਸ ਦਾ ਇੱਕ ਹੋਰ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ, ਗੋਲਡੀ ਬਰਾੜ ਦਾ ਜੀਜਾ ਗੋਰਾ, ਜਿਸ ਨੂੰ ਕਾਬੂ ਕੀਤਾ ਗਿਆ। ਹੁਸ਼ਿਆਰਪੁਰ ਤੋਂ ਖਰੜ CIA ਪੰਜਾਬ ਪੁਲਿਸ ਵੱਲੋਂ ਲਿਆਂਦਾ ਜਾ ਰਿਹਾ ਹੈ। ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਾਰੈਂਸ ਦੇ ਸਾਹਮਣੇ ਬਿਠਾ ਕੇ ਇਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਕਿਵੇਂ ਅੱਗੇ ਜਿਹੜੀਆਂ ਤਾਰਾਂ ਜੁੜ ਨੇ, ਕਨੈਕਸ਼ਨ ਜੁੜ ਰਿਹਾ ਹੈ। ਸੋ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। CIA ਹੈੱਡਕੁਆਟਰ ਖਰੜ ਦੇ ਵਿੱਚ ਦਰਅਸਲ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਨੇ, ਕਿਉਂਕਿ ਮਾਨਸਾ ਕੋਰਟ ਤੋਂ 7 ਦਿਨ ਦਾ ਰਿਮਾਂਡ ਮਿਲਿਆ। ਰਿਮਾਂਡ ਦਾ ਅੱਜ ਪਹਿਲਾ ਦਿਨ ਹੈ, ਸਵੇਰੇ 9 ਵਜੇ ਤੋਂ ਹੀ ਲਗਾਤਾਰ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਜ਼ਿਆਦਾਤਰ ਸਵਾਲ ਮੂਸੇ ਵਾਲਾ ਕਤਲकांड ਦੇ ਨਾਲ ਜੁੜੇ ਹੁਣ ਤੱਕ ਕੀਤੇ ਗਏ ਨੇ, ਗੋਲਮੋਲ ਜਵਾਬ ਜਿਹੜੇ ਮੂਸੇ ਵਾਲਾ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੇ ਜਾ ਰਹੇ ਨੇ। ਸੋ ਲਗਾਤਾਰ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ। ਉੱਥੇ ਹੀ ਹੁਸ਼ਿਆਰਪੁਰ ਤੋਂ ਲਾਰੈਂਸ ਦਾ ਇੱਕ ਹੋਰ ਸਾਥੀ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ, ਜਿਸ ਦਾ ਨਾਮ ਹੈ ਗੋਰਾ, ਜਿਹੜਾ ਕਿ ਗੋਲਡੀ ਬਰਾੜ, ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ, ਉਸ ਦਾ ਜੀਜਾ ਹੈ ਗੋਰਾ, ਜਿਸ ਨੂੰ ਕਾਬੂ ਕੀਤਾ ਗਿਆ। ਹੁਸ਼ਿਆਰਪੁਰ ਤੋਂ ਖਰੜ CIA ਲਿਆ ਰਹੀ ਹੈ ਪੰਜਾਬ ਪੁਲਿਸ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਹੁਣ ਤੱਕ ਦੀ ਕੀ ਤਾਜ਼ਾ ਅਪਡੇਟ ਹੈ, ਕੀ ਕੋਈ ਜਾਣਕਾਰੀ ਹੈ, ਕਿਸ ਤਰ੍ਹਾਂ ਦੀ ਪੁੱਛਗਿੱਛ ਹੋਈ ਹੈ, ਕਿਸ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਗਏ ਨੇ, ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਜਾ ਰਿਹਾ ਲਾਰੈਂਸ ਬਿਸ਼ਨੋਈ ਦੇ ਵੱਲੋਂ? ਜਿਹੜਾ ਗੈਂਗ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਸੀਗਾ ਤੇ ਗੋਰੇ ਨੂੰ ਲੈ ਕੇ ਇੱਥੇ ਪਹੁੰਚ ਚੁੱਕੀ ਹੈ ਪੁਲਿਸ। CIA
ਪਹੁੰਚ ਚੁੱਕੀ ਹੈ ਪੁਲਿਸ, ਜਿੱਥੇ ਲਾਰੈਂਸ ਨੂੰ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਤੇ ਸਾਡੇ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਲਾਰੈਂਸ ਤੇ ਪੁੱਛਗਿੱਛ, ਹਾਲਾਂਕਿ ਕਈ ਜਿਹੜੇ ਸਿੱਧੇ ਜਵਾਬ ਜਿਹੜੇ ਹੈ ਉਹਨਾਂ ਦੇ ਆਨਸਰ, ਜਿਹੜੇ ਸਵਾਲ ਕੀਤੇ ਸੀਗੇ ਉਹਨਾਂ ਦੇ ਜਵਾਬ ਉਹਨਾਂ ਨੇ ਨਹੀਂ ਦਿੱਤੇ, ਲੇਕਿਨ ਪੁੱਛਗਿੱਛ ਵਿੱਚ ਗੋਰੇ ਦਾ ਨਾਮ ਜਿਹੜਾ ਜ਼ਰੂਰ ਸਾਹਮਣੇ ਆਇਆ ਹੈ ਤੇ ਗੋਰੇ ਨੂੰ ਹੁਣ ਹੁਸ਼ਿਆਰਪੁਰ ਜੇਲ੍ਹ ਤੋਂ ਲੈ ਕੇ ਆਇਆ ਗਿਆ ਹੈ। ਜਿਹੜੇ ਸੋਰਸ ਗੋਰੇ ਤੋਂ ਆਮਣੇ ਸਾਹਮਣੇ ਬਿਠਾ ਕੇ, ਲਾਰੈਂਸ ਦੇ ਆਮਣੇ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਣ ਵਾਲੀ ਹੈ। ਵੱਡੇ ਖੁਲਾਸੇ ਕਹਿ ਸਕਦੇ ਆ, ਵੱਡੀ ਲੀਡ ਪੁਲਿਸ ਨੂੰ ਮਿਲ ਸਕਦੀ ਹੈ। ਗੋਰਾ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਗੋਰਾ। ਇਹ ਗੋਰਾ ਗੈਂਗਸਟਰ ਹੈ ਜਿਹੜਾ ਜੇਲ੍ਹ 'ਚ ਬੰਦ ਸੀ ਤੇ ਥੋੜੇ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਨੂੰ ਸ਼ਿਫਟ ਕੀਤਾ ਗਿਆ ਸੀ। ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਗੋਰੇ ਦੇ ਨਾਲ ਇੱਕ ਹੋਰ ਗੈਂਗਸਟਰ ਨੀਰਜ, ਉਹਨੂੰ ਵੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਹੈ ਉਹ ਗੋਰੇ ਨੂੰ ਲੈ ਕੇ CIA ਇੱਥੇ ਪਹੁੰਚੇ ਨੇ। CIA ਖਰੜ ਤੇ ਲਾਰੈਂਸ ਬਿਸ਼ਨੋਈ ਦੇ ਆਮਣੇ ਸਾਹਮਣੇ ਬਿਠਾ ਕੇ ਸਿੱਧੂ ਮੂਸੇਵਾਲੇ ਮਰਡਰ ਦੇ ਮਾਮਲੇ 'ਚ ਪੁੱਛਗਿੱਛ ਹੋਣੀ ਹੈ। ਗੋਰਾ ਇੱਕ ਨਵਾਂ ਨਾਂ ਸਾਹਮਣੇ ਆਇਆ ਹੈ ਤੇ ਹੁਣ ਇਹ ਵੀ ਸਾਡੇ ਸੋਰਸਿਸ ਦੱਸ ਰਹੇ ਨੇ ਕਿ ਲਾਰੈਂਸ ਨੇ ਜਿਹੜੀ ਸਿੱਧੂ ਮੂਸੇਵਾਲੇ ਦੇ ਮਰਡਰ ਮਾਮਲੇ 'ਚ ਕਿਤੇ ਨਾ ਕਿਤੇ ਗੋਰੇ ਦਾ ਨਾਂ ਜਿਹੜਾ ਹੈਗਾ ਉਹ ਲਿੱਤਾ ਹੈ, ਜਿਸ ਕਰਕੇ ਗੋਰੇ ਨੂੰ ਇੱਥੇ ਲੈ ਕੇ ਆਇਆ ਗਿਆ ਹੈ। ਕਈ ਅਪਰਾਧਿਕ ਮਾਮਲੇ ਦਰਜ ਨੇ, ਕਈ 302, 307 ਹੋਰ ਵੀ ਕਈ ਮਾਮਲੇ 'ਚ ਜਿਹੜਾ ਗੋਰਾ ਹੈ ਉਹ ਜੇਲ੍ਹ 'ਚ ਬੰਦ ਸੀਗਾ। ਤੇ ਗੋਲਡੀ ਬਰਾੜ ਜਿਹੜਾ ਕੈਨੇਡਾ 'ਚ ਬੈਠਾ ਹੈ, ਉਹਦਾ ਜਿਹੜਾ ਹੈ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਗੋਰਾ, ਜਿਹਦੇ ਕੋਲੋਂ ਹੁਣ ਪੁੱਛਗਿੱਛ ਵਿੱਚ ਗੋਰੇ ਦਾ ਨਾਮ ਸਾਹਮਣੇ ਆਇਆ ਹੈ ਤੇ ਗੋਰੇ ਨੂੰ ਹੁਣ ਲੈ ਕੇ CIA ਪਹੁੰਚ ਚੁੱਕੀ ਹੈ ਪੁਲਿਸ। ਵੱਡੀ ਖਬਰ ਹੈ, ਗੋਰੇ ਨੂੰ ਲੈ ਕੇ ਪਹੁੰਚ ਚੁੱਕੀ ਹੈ ਪੁਲਿਸ ਤੇ ਹੁਣ ਲਗਾਤਾਰ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅੱਜ ਪੂਰਾ ਦਿਨ ਲਾਰੈਂਸ ਤੋਂ ਪੁੱਛਗਿੱਛ ਹੋਈ ਹੈ। ਹਾਲਾਂਕਿ ਜ਼ਿਆਦਾ ਜਿਹੜੇ ਹੈ ਉਹ ਸੈਟੀਸਫੈਕਟਰੀ ਜਵਾਬ ਲਾਰੈਂਸ ਨੇ ਨਹੀਂ ਦਿੱਤੇ, ਲੇਕਿਨ ਜਿਹੜੀ ਲਿਸਟ ਤਿਆਰ ਕੀਤੀ ਗਈ ਸੀ ਪੁਲਿਸ ਵੱਲੋਂ ਸਿੱਧੂ ਮੂਸੇਵਾਲੇ ਮਰਡਰ ਨੂੰ ਲੈ ਕੇ, ਉਹਦੇ ਵਿੱਚ ਕਈ ਨਾ ਕਿਤੇ ਬਹੁਤ ਕਈ ਚੀਜ਼ਾਂ ਨੇ, ਕਈ ਸਵਾਲ ਨੇ, ਕਈ ਕੁਐਸਚਨਸ ਨੇ, ਕਈ ਚੀਜ਼ਾਂ ਨੇ ਲੈ ਕੇ ਹੁਣ ਪੰਜਾਬ ਪੁਲਿਸ ਦੇ ਠੀਕ ਹੈ ਮਨੋਜ, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਸ਼ਿਆਰਪੁਰ ਤੋਂ ਲਾਰੈਂਸ ਦਾ ਇੱਕ ਸਾਥੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗੋਲਡੀ ਬਰਾੜ ਦਾ ਜੀਜਾ ਦੱਸਿਆ ਜਾ ਰਿਹਾ ਹੈ। ਉਸ ਨੂੰ ਵੀ ਖਰੜ CIA ਲਿਆਂਦਾ ਗਿਆ, CIA ਜਿਹੜਾ ਹੈੱਡਕੁਆਟਰ ਉੱਥੇ ਲਿਆਂਦਾ ਗਿਆ ਤੇ ਲਾਰੈਂਸ ਦੇ ਸਾਹਮਣੇ ਬਿਠਾ ਕੇ ਉਸ ਤੋਂ ਵੀ ਹੁਣ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਕਤਲ ਮਾਮਲੇ ਨਾਲ ਜੁੜੇ ਹੋਏ तमाम ਸਵਾਲ ਜਵਾਬ ਕੀਤੇ ਜਾਣਗੇ। ਸੋ ਗੱਲ ਲਾਰੈਂਸ ਬਿਸ਼ਨੋਈ ਦੀ ਕੀਤੀ ਜਾਵੇ ਤਾਂ ਪਿਛਲੇ 10 ਘੰਟਿਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਸਵਾਲ ਜਵਾਬ ਕੀਤੇ ਜਾ ਰਹੇ ਨੇ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ। ਤਾਂ ਉਸ ਦੇ ਨਾਲ ਹੀ ਜੁੜੀ ਇਹ ਵੱਡੀ ਅਪਡੇਟ ਹੈ ਕਿ ਹੁਸ਼ਿਆਰਪੁਰ ਤੋਂ ਲਾਰੈਂਸ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਗੋਰਾ ਹੈ, ਜੋ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਦਾ ਰਿਸ਼ਤੇ ਦੇ ਵਿੱਚ ਜੀਜਾ ਲੱਗਦਾ ਹੈ। ਹੁਸ਼ਿਆਰਪੁਰ ਤੋਂ ਖਰੜ CIA ਹੈੱਡਕੁਆਟਰ ਲਿਆਂਦਾ ਗਿਆ ਤੇ ਲਾਰੈਂਸ ਦੇ ਸਾਹਮਣੇ ਬਿਠਾ ਕੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਕਤਲ ਮਾਮਲੇ ਨਾਲ ਜੁੜੇ ਹੋਏ ਸਵਾਲ ਜਵਾਬ ਕੀਤੇ ਜਾਣਗੇ। ਸੋ CIA ਹੈੱਡਕੁਆਟਰ ਖਰੜ ਦੇ ਵਿੱਚ ਲਾਰੈਂਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੇ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ, ਕਿਉਂਕਿ 7 ਦਿਨ ਦਾ ਰਿਮਾਂਡ ਹੈ। ਅੱਜ ਰਿਮਾਂਡ ਦਾ ਪਹਿਲਾ ਦਿਨ ਹੈ ਤੇ ਅਜੇ ਬਹੁਤ ਸਾਰੇ ਅਜਿਹੇ ਸਵਾਲ ਨੇ, ਅਜਿਹੇ ਰਾਜ਼ ਜਿਹੜੇ ਖੰਗਾਲਣੇ ਬਾਕੀ ਨੇ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਹੋਏ। ਕਿਉਂਕਿ ਹੁਣ ਤੱਕ ਦੀ ਜਾਂਚ ਦੀ ਗੱਲ ਕੀਤੀ ਜਾਵੇ, ਹੁਣ ਤੱਕ ਦੇ ਕਨੈਕਸ਼ਨ ਦੀ ਗੱਲ ਕੀਤੀ, ਸਿੱਧਾ ਕਨੈਕਸ਼ਨ ਲਾਰੈਂਸ ਬਿਸ਼ਨੋਈ ਦੇ ਨਾਲ ਜੁੜ ਰਿਹਾ ਹੈ ਤੇ ਗੋਲਡੀ ਬਰਾੜ ਦੇ ਨਾਲ ਜੁੜ ਰਿਹਾ ਹੈ। ਗੋਲਡੀ ਬਰਾੜ ਨੂੰ ਵੀ ਪੰਜਾਬ ਦੇ ਵਿੱਚ ਲਿਆਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਿਵੇਂ ਕਿ ਕੱਲ ਹੀ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਪਟਿਆਲਾ ਹਾਊਸ ਕੋਰਟ ਤੋਂ। ਉਸ ਤੋਂ ਬਾਅਦ ਚ ਮਾਨਸਾ ਲਿਆਂਦਾ ਗਿਆ, ਮਾਨਸਾ ਕੋਰਟ ਦੇ ਵਿੱਚ ਅੱਜ ਤੜਕੇ ਪੇਸ਼ ਕੀਤਾ ਗਿਆ। ਮਾਨਸਾ ਕੋਰਟ ਦੇ ਵੱਲੋਂ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਰਿਮਾਂਡ ਦਾ ਅੱਜ ਪਹਿਲਾ ਦਿਨ ਹੈ। ਖਰੜ ਜਿਹੜਾ CIA ਸਟਾਫ ਦਾ ਹੈੱਡਕੁਆਟਰ ਹੈ ਉੱਥੇ ਇਹ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਮੌਕੇ ਤੇ ਪੁੱਛਗਿੱਛ ਕਰ ਰਹੇ ਨੇ, ਸਵਾਲ ਜਵਾਬ ਕਰ ਰਹੇ ਨੇ, ਪਰ ਅਜੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਹੁਣ ਤੱਕ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੇ ਹੋਏ ਸਵਾਲ ਜਵਾਬ ਕੀਤੇ ਗਏ ਨੇ, ਗੋਲ-ਮੋਲ ਜਵਾਬ ਦਿੱਤੇ ਜਾ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਵੱਲੋਂ। ਸਿੱਧੇ ਤੌਰ ਤੇ ਜ਼ਿਆਦਾਤਰ ਸਵਾਲਾਂ ਤੋਂ ਬਚਣ ਦੀ ਲਾਰੈਂਸ ਬਿਸ਼ਨੋਈ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸਵਾਲ ਜਵਾਬ ਲਗਾਤਾਰ ਕੀਤੇ ਜਾ ਰਹੇ ਨੇ। ਸਵੇਰ ਦੇ 9 ਵਜੇ ਤੋਂ ਲਗਾਤਾਰ ਇਹ ਪੁੱਛਗਿੱਛ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹ ਉਮੀਦ ਜਤਾਈ ਜਾ ਸਕਦੀ ਹੈ ਕਿ ਵੱਡੇ ਜਿਹੜੇ ਰਾਜ਼ ਹੈ ਉਹ ਖੰਗਾਲੇ ਜਾ ਸਕਦੇ ਨੇ। ਪੁਲਿਸ ਦੇ ਵੱਲੋਂ ਵੱਡੇ ਰਾਜ਼ ਖੋਲ ਸਕਦਾ ਹੈ ਲਾਰੈਂਸ ਬਿਸ਼ਨੋਈ ਇਸ ਪੁੱਛਗਿੱਛ ਦੇ ਦੌਰਾਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਕਿੰਨੇ ਕੁ ਦਿਨਾਂ ਤੱਕ ਹੋਰ ਜਿਹੜੀਆਂ ਤਾਰਾਂ ਜੁੜਦੀਆਂ ਨੇ, ਹੋਰ ਕਨੈਕਸ਼ਨ ਜੁੜਦਾ ਹੈ, ਕਿਉਂਕਿ ਵੱਡਾ ਸਵਾਲ ਅਜੇ ਇਹੀ ਹੈ ਕਿਹੜੇ ਸ਼ਾਰਪ ਸ਼ੂਟਰ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਉਹ ਸਾਰੇ ਕਾਤਲ, ਸਾਰੇ ਸ਼ਾਰਪ ਸ਼ੂਟਰ ਨੇ ਜਿਹੜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਉਹਨਾਂ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਸਵਾਲ ਕਰਨੇ ਬਾਕੀ ਨੇ, ਜਿਸ ਤੇ ਲਾਰੈਂਸ ਬਿਸ਼ਨੋਈ ਤੋਂ ਹੀ ਸਾਫ਼ ਹੋਵੇਗਾ ਕਿ ਆਖਿਰਕਾਰ ਫਿਲਹਾਲ ਉਹ ਸ਼ਾਰਪ ਸ਼ੂਟਰ ਹੈ ਕਿੱਥੇ ਨੇ। ਉਸ ਤੋਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸਿੱਧੀਆਂ ਖਰੜ ਦੀਆਂ। ਹੁਸ਼ਿਆਰਪੁਰ ਤੋਂ ਜਿਹੜਾ ਖਰੜ ਲਿਆਂਦਾ ਗਿਆ CIA ਸਟਾਫ ਦੇ ਵਿੱਚ
ਲਿਆਂਦਾ ਗਿਆ ਹੈ, ਜਿਹੜਾ ਕਿ ਗੋਲਡੀ ਬਰਾੜ ਦਾ ਜੀਜਾ, ਜਿਸ ਨੂੰ ਹੁਸ਼ਿਆਰਪੁਰ ਤੋਂ ਲਾਰੈਂਸ ਦਾ ਇੱਕ ਸਾਥੀ ਜਿਹੜਾ ਉਸ ਨੂੰ ਕਾਬੂ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ। ਸਿੱਧੀਆਂ ਤੁਹਾਨੂੰ ਨਿਊਜ਼ 18 ਪੰਜਾਬ ਤੇ ਇਹ ਐਕਸਕਲੂਸਿਵ ਤਸਵੀਰਾਂ ਵਿਖਾ ਰਹੇ ਹਾਂ। ਸੋ ਇੱਕ ਇੱਕ ਕਰਕੇ ਕਿਵੇਂ ਅੱਗੇ ਕਨੈਕਸ਼ਨ ਜੋੜਿਆ, ਕਿਵੇਂ ਤਾਰਾਂ ਜੋੜੀਆਂ, ਤੇ ਆਪਣੇ ਆਪ ਦੇ ਵਿੱਚ ਇਹ ਵੀ ਬਹੁਤ ਅਹਿਮ ਕੜੀ ਹੈ, ਕਿਉਂਕਿ ਹੁਸ਼ਿਆਰਪੁਰ ਤੋਂ ਪੁਲਿਸ ਦੇ ਵੱਲੋਂ ਲਾਰੈਂਸ ਦਾ ਇੱਕ ਸਾਥੀ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਦਾ ਜੀਜਾ, ਜਿਸ ਦਾ ਨਾਮ ਗੋਰਾ ਹੈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਹੁਣੇ ਹੀ ਪੁਲਿਸ ਲੈ ਕੇ ਪਹੁੰਚੀ ਹੈ ਖਰੜ ਸੀਆਈਏ ਸਟਾਫ ਦੇ ਹੈੱਡਕੁਆਟਰ ਦੇ ਵਿੱਚ, ਤੇ ਹੁਣ ਲਾਰੈਂਸ ਦੇ ਸਾਹਮਣੇ ਬਿਠਾ ਕੇ ਇਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਹੋਏ ਸਵਾਲ ਜਵਾਬ ਕੀਤੇ ਜਾਣਗੇ। ਤੁਸੀਂ ਵੇਖ ਸਕਦੇ ਹੋ ਕਿ ਇਸ ਹੈੱਡਕੁਆਟਰ ਦੇ ਬਾਹਰ ਸੁਰੱਖਿਆ ਦਾ ਸਖਤ ਪਹਿਰਾ ਹੈ, ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੀ ਗਈ ਹੈ ਤੇ ਸਖਤ ਸੁਰੱਖਿਆ ਦੇ ਹੇਠ ਹੁਸ਼ਿਆਰਪੁਰ ਤੋਂ ਗੋਰੇ ਨੂੰ ਲਿਆਂਦਾ ਗਿਆ ਹੈ। ਗੋਰਾ ਜਿਹੜਾ ਕਿ ਰਿਸ਼ਤੇ ਦੇ ਵਿੱਚ ਗੋਲਡੀ ਬਰਾੜ ਦਾ ਜੀਜਾ ਲੱਗਦਾ ਹੈ, ਲਾਰੈਂਸ ਬਿਸ਼ਨੋਈ ਦਾ ਵੀ ਸਾਥੀ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਇੱਕ ਦੂਜੇ ਦੇ ਸਾਥੀ ਨੇ, ਦੋਵਾਂ ਦੀ ਗੂੜੀ ਦੋਸਤੀ ਹੈ। ਸੋ ਇੱਕ ਇੱਕ ਕਰਕੇ ਜਿਵੇਂ ਹੁਣ ਅੱਗੇ ਕਨੈਕਸ਼ਨ ਜੋੜ ਰਿਹਾ, ਕਿਵੇਂ ਤਾਰਾਂ ਜੋੜ ਰਹੀਆਂ ਨੇ, ਹੁਣ ਦੋਵਾਂ ਨੂੰ ਸਾਹਮਣੇ ਬਿਠਾ ਕੇ ਇੱਕ ਪਾਸੇ ਲਾਰੈਂਸ ਬਿਸ਼ਨੋਈ, ਦੂਜੇ ਪਾਸੇ ਹੁਸ਼ਿਆਰਪੁਰ ਤੋਂ ਲਿਆਂਦਾ ਗਿਆ ਗੋਰਾ, ਜਿਹੜਾ ਉਸ ਨੂੰ ਕਾਬੂ ਕਰਕੇ ਇੱਥੇ ਲਿਆਂਦਾ ਗਿਆ। ਦੋਵਾਂ ਤੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਕਤਲ ਮਾਮਲੇ ਨਾਲ ਜੁੜੇ ਹੋਏ तमाम ਜਿਹੜੇ ਸਵਾਲ ਜਵਾਬ ਕੀਤੇ ਜਾਣਗੇ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਰਾਜ਼ ਉਹ ਖੁੱਲ੍ਹ ਜਾਂਦੇ ਨੇ ਲਾਰੈਂਸ ਬਿਸ਼ਨੋਈ ਦੇ ਵੱਲੋਂ, ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ। ਸੋ ਤੁਹਾਨੂੰ ਅਸੀਂ ਖਰੜ ਹੈੱਡਕੁਆਟਰ ਤੋਂ ਬਾਹਰ ਦੀਆਂ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਿੱਧਾ ਗਰਾਊਂਡ ਜ਼ੀਰੋ ਦਾ ਰੁਖ ਕਰਦੇ ਅਮਨ ਭਾਰਦਵਾਜ ਲਾਈਵ ਜੁੜੇ ਹੋਏ ਨੇ। ਅਮਨ, ਕੀ ਕੁਝ ਜਾਣਕਾਰੀ? ਮੰਨਿਆ ਜਾਵੇ ਕਿ ਹੁਣ ਗੋਰੇ ਨੂੰ ਇੱਥੇ ਲਿਆਂਦਾ ਗਿਆ ਤੇ ਹੁਣ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਸਵਾਲ ਜਵਾਬ ਕੀਤੇ ਜਾਣਗੇ। बिल्कुल बिल्कुल परमिंदर लाजमी तौर पर और यही एक प्रोसीजर भी रहता है और गोरे नू क्योंकि गैंगस्टर गोरा है जिसका गुरप्रीत नाम दस्या जा रहा है और इसी गड्डी च तुहानू पिछे तस्वीरां भी दिखाऊंगा कि प्रोडक्शन वारंट ते जिहड़ा है वो गोरे नू इस गड्डी च लिआंदा गया है हुशियारपुर तो और इत्थे लिया के जिहड़ा है वो सीआई दे सामने बैठ के जिहड़ी है वो पुछगिछ सीआईए वालों कीती जाएगी। हुण तो अद्धा घंटा पहला इसी सीआई दे जिहड़ा हैडकुआटर है इत्थे खरड़ दे अंदर उत्थे अधिकारी पहुंचे सीगे, उन्हां दी गड्डियां तुहानू नज़र आउणगीਆਂ, स्क्वाड जिहड़ी है वो मौजूद है और ਵੱਖ-ਵੱਖ अधिकारी भी जिहड़े ने वो इस मामले च पुछगिछ जिहड़ी है वो कर रहे हैं और गोरे नू जिहड़ा है वो बिशनोई दे सामने बिठा के पुछगिछ कीती जाएगी क्योंकि बिशनोई अते गोरे दे विचाल दी जिहड़ी कड़ी है परमिंदर वो हैगी है गोल्डी बराड़ दी रिश्तेदारी है गोरा गैंगस्टर दे नाल जीजा दस्सिया जांदा है और उन्हां तो पुछगिछ जिहड़ी है वो हुण कीती जा रही है कि किवें इस जिहड़ा ये कतल होया इसनूं अंजाम दिता गया, की इन्हां दे वल्लों की जिहड़ी है वो साजिश रची गई, इन्हां वल्लों किस तरीके दे जिहड़ी घटनाक्रम इन्हां वल्लों सीगा, इन्हां दा की खास करके रोल है, गोरे दा की रोल हैगा, बिशनोई दी क्या कोई डायरैक्शन जिहड़ी है वो गोरा गैंगस्टर नूं सीगी जिन्हों हुशियारपुर तो हुण लिआंदा गया। ये भी जानकारी परमिंदर मिली है जिवें मनोज राठी वल्लों ये इनपुट दित्ती जा रही सीगी कि नीरज एक हो है जिसनों हुशियारपुर प्रोडक्शन वारंट तो उत्थों कढ़िया गया है तो क्या उसनों भी इत्थे लिआंदा जाएगा क्योंकि हाल दी घड़ी गोरा गैंगस्टर जिहड़ा है उसनों लिआंदा गया है और इसकी गोल्डी बराड़ दे नाल रिश्तेदारी है और लॉरेंस बिशनोई गैंग दा एक गोरा गैंगस्टर हैगा है और इस मूसेवाला केस दे अंदर किन्नी इन्वॉल्वमेंट इस गोरे दी हैगी है वो आमने सामने बिशनोई दे बिठा के इस गोरे तो पुछगिछ जिहड़ी है वो परमिंदर की जाएगी। और दूजे पासे जिहड़ी वड्डी इनपुट सीगी हथियारां दी कि हथियार जिहड़े वरते गए ने उन्हां दी बरामदगी जल्द जिहड़ी है वो पाई जा सकदी है। पुलिस नूं वड्डी लीड जिहड़ी है परमिंदर वो मिली है कि मानसा दे हरियाणा बॉर्डर दे जिहड़ा इलाका है उत्थे छानबीन भी की जा रही है, सर्च की जा रही है और जिहड़ियां तो ये लीड मिली है पवन बिशनोई नसीब खान अते कुल तीन ने एक साथी उन्हां दा होर है तो उन्हां तो ये पुछगिछ लीड मिली है 22 तरीक तक रिमांड ते ने उन्हां नूं नाल ले जाके जिहड़ी है वो सर्च जल्द किया जाएगा। पुलिस वालों खुद सर्च किया जा रहा है और हथियारां दी जिहड़े हथियार बरते गए ने मूसेवाला कतल च उसकी भी बरामदगी जिहड़ी है वो अगले दिनों च वेखण नूं मिल सकती है। पुलिस सोर्सिस वालों जानकारी दी गई सी कि हथियार कित्थे ने, हथियारों की बरामदगी बाबत जल्द जिहड़ा है वो एक्शन वेखण नूं मिल सकता है और पुलिस कोल अच्छी लीड है, प्रायोरिटी ते इस चीज़ नूं लेके पुलिस जिहड़ी है वो चल रही है और दूजे पासे पुछगिछ जिहड़ी है परमिंदर वो ज्यों दी त्यों जारी है इत्थे भी और सीआईए मानसा भी उन्हां वल्लों भी जिन्हां नूं हुण तक गिरफ्त च रखिया गया उन्हां तो पुछगिछ जिहड़ी है वो कीती जा रही है। पुलिस कड़ियां जोड़न दी कोशिश च है कि कित्थे ठीक है मैं फिलहाल की पूरी जानकारी बहुत बहुत धन्यवाद। सो अपने आप दे विच अहम कड़ी है गोल्डी बराड़ दा जीजा जिहड़ा गोरा जिसनूं हुशियारपुर तो
ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਹੁਣ ਖਰੜ ਸੀਆਈਏ ਸਟਾਫ ਦਾ ਹੈੱਡਕੁਆਟਰ ਹੈ ਉੱਥੇ ਲਿਆਂਦਾ ਗਿਆ ਹੈ ਤੇ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਹੁਣ ਸਵਾਲ ਜਵਾਬ ਕੀਤੇ ਜਾਣਗੇ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਹੋਏ। ਸੋ ਲਗਾਤਾਰ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ, ਸਵਾਲ ਜਵਾਬ ਕੀਤੇ ਜਾ ਰਹੇ ਨੇ। ਪਿਛਲੇ 10 ਘੰਟਿਆਂ ਤੋਂ ਲਗਾਤਾਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ ਹੈ। रुख करते हैं अगली खबर का। IPL मीडिया राइट्स ਦੇ ਵਿੱਚ ਵਾਈਕਮ 18 ਦੀ ਵੱਡੀ ਜਿੱਤ ਹੋਈ ਹੈ। ਵਾਈਕਮ 18 ਨੇ ਡਿਜੀਟਲ ਸਟ੍ਰੀਮਿੰਗ ਦੇ ਅਧਿਕਾਰ ਜਿੱਤੇ ਨੇ। 5 ਸਾਲ ਦੇ ਲਈ ਡਿਜੀਟਲ ਸਟ੍ਰੀਮਿੰਗ ਦੇ ਅਧਿਕਾਰ ਜਿੱਤੇ ਨੇ। ਵਾਈਕਮ 18 IPL ਦੇ ਡਿਜੀਟਲ ਰਾਈਟਸ ਮਿਲੇ ਨੇ, ਜਿਹੜੇ ਮੈਚ ਦੇ ਰਾਈਟਸ ਮਿਲੇ ਨੇ। IPL ਦੇ ਮੀਡੀਆ ਅਧਿਕਾਰ ਕੁੱਲ 48,390 ਕਰੋੜ ਦੇ ਵਿੱਚ ਵਿਕੇ ਨੇ। IPL ਦੁਨੀਆ ਦੀ ਦੂਜੀਆਂ ਸਭ ਤੋਂ ਮਹਿੰਗੀ ਲੀਗ ਬਣੀ ਹੈ। ਵਾਈਕਮ 18 ਫ੍ਰੀ ਡਿਸ਼ ਘਰਾਂ ਦੇ ਵਿੱਚ IPL ਦਿਖਾਏਗਾ। देश के कोने-कोने ਦੇ ਵਿੱਚ IPL ਸਟ੍ਰੀਮਿੰਗ ਕਰੇਗੀ। ਵਾਈਕਮ 18 ਨੂੰ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਵੀ ਰਾਈਟਸ ਮਿਲੇ ਨੇ। ਵਿਦੇਸ਼ੀ ਬਾਜ਼ਾਰ ਦੇ ਵਿੱਚ IPL TV ਡਿਜੀਟਲ ਰਾਈਟਸ ਮਿਲੇ ਨੇ। ਆਸਟ੍ਰੇਲੀਆ ਤੇ ਇੰਗਲੈਂਡ ਦੇ ਵਿੱਚ ਵੀ IPL ਦਿਖਾਏਗਾ। ਵਾਈਕਮ 18 ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਦੇ ਵਿੱਚ ਵੀ IPL ਦਿਖਾਏਗਾ। ਸੋ ਇਹ IPL ਦੀ ਗੱਲ ਕੀਤੀ ਜਾਵੇ ਤਾਂ IPL ਮੀਡੀਆ ਰਾਈਟਸ ਦੇ ਵਿੱਚ ਵਾਈਕਮ 18 ਦੀ ਇਹ ਵੱਡੀ ਜਿੱਤ ਹੋਈ ਹੈ। ਵਾਈਕਮ 18 ਨੇ ਡਿਜੀਟਲ ਸਟ੍ਰੀਮਿੰਗ ਦੇ ਅਧਿਕਾਰ ਜਿੱਤੇ ਨੇ। 5 ਸਾਲ ਦੇ ਲਈ ਜਿਹੜੇ ਅਧਿਕਾਰ ਹੋਣਗੇ, ਜਿਹੜੇ ਡਿਜੀਟਲ ਸਟ੍ਰੀਮਿੰਗ ਵਾਸਤੇ ਜਿੱਤੇ ਗਏ ਨੇ। IPL ਦੇ ਡਿਜੀਟਲ ਰਾਈਟਸ ਮਿਲ ਚੁੱਕੇ ਨੇ। IPL ਦੇ ਮੀਡੀਆ ਅਧਿਕਾਰ ਕੁੱਲ 48,390 ਕਰੋੜ ਦੇ ਵਿੱਚ ਵਿਕੇ ਨੇ। IPL ਦੁਨੀਆ ਦੀ ਦੂਜੀਆਂ ਸਭ ਤੋਂ ਮਹਿੰਗੀ ਲੀਗ ਬਣੀ ਹੈ। ਵਾਈਕਮ 18 ਫ੍ਰੀ ਡਿਸ਼ ਘਰਾਂ ਦੇ ਵਿੱਚ ਦਿਖਾਏਗਾ। IPL ਫ੍ਰੀ ਡਿਸ਼ ਘਰਾਂ ਦੇ ਵਿੱਚ ਵੀ ਹੁਣ IPL ਜਿਹੜਾ ਵਾਈਕਮ 18 ਵਿਖਾ ਸਕੇਗਾ।